ओम शांति, सत श्री अकाल। मैं अमरजीत कौर दुआ आप जी के सामने फिर एक ओंकार, एक परमात्मा, एक परम पिता ਦੇ ਇਹ ਪ੍ਰੋਗਰਾਮ ਵਿੱਚ ਆਪਾਂ ਰਲ ਮਿਲ ਕੇ ਸਤਸੰਗ ਕਰ ਰਹੇ ਹਾਂ, ਜਪਜੀ ਸਾਹਿਬ ਨੂੰ ਸਮਝ ਰਹੇ ਹਾਂ ਤੇ ਇੱਕ ਇੱਕ ਪੌੜੀ ਨੂੰ ਸਮਝ ਰਹੇ ਹਾਂ ਤੇ ਅਸੀਂ ਅਸੰਖ ਦੀਆਂ ਪੌੜੀਆਂ ਤੱਕ ਪਹੁੰਚ ਗਏ ਹਾਂ। ਤੇ ਪਿਛਲੇ ਵਾਰੀ ਅਸੀਂ ਸਮਝਿਆ ਸੀ ਕਿ ਕਿਸੇ ਦੇ ਬੁਰਾਈ ਸੋਚਣਾ, ਕਿਸੇ ਦੇ ਬੁਰਾਈ ਜਾਂ ਕੌਣ ਦੁਨੀਆ ਵਿੱਚ ਬੁਰਾ ਕਰ ਰਹੇ ਨੇ ਉਹ ਬੋਲਣਾ ਵੀ ਗਲਤ ਹੈ, ਨਿੰਦਿਆ ਹੈ ਤੇ ਨੀਚ ਹੋ ਜਾਂਦੇ ਅਸੀਂ ਜੇ ਅਸੀਂ ਉਸ ਤਰ੍ਹਾਂ ਸੋਚਾਂਗੇ। ਜਿਹੜਾ ਗੁਰੂ ਨਾਨਕ ਨੇ ਬੋਲਿਆ ਕਿ ਨਾਨਕ ਨੀਚ ਕਹੇ ਵਿਚਾਰ, ਮਤਲਬ ਇਹੋ ਜਿਹੇ ਵਿਚਾਰ ਜੇ ਮੈਂ ਕਰਾਂਗਾ ਤੇ ਮੈਂ ਨੀਚ ਹੈ। ਤੇ ਆਓ ਆਪਾਂ ਅੱਗੇ ਚੱਲੀਏ ਤੇ ਹੁਣ ਪੌੜੀ ਨੰਬਰ 19 ਵਿੱਚ ਫਿਰ ਥੋੜ੍ਹੇ ਪੰਕਤੀਆਂ ਅਸੰਖ ਦੇ ਗੁਰੂ ਜੀ ਉਚਾਰਦੇ ਨੇ ਤੇ ਆਓ ਦੇਖੀਏ। असंख नाव असंख थाव, अगम अगम असंख लो। असंख कहें सिर पार होए, अखरी नाम अखरी सलाह। अखरी ज्ञान गीत गुण गाह, अखरी लिखण बोलन बाण। अखरां सिर संजोग वखाण, जिन ए लिखे तिस सिर नाहे। जिव फरमाए तिफ तिफ पाए, जेता कीता तेता नाव। विन नावै नाही को थाओ, कुदरत कवन कहा विचार। वारे न जावा एक वार, जो तुत पावै सही पलिकार। तू सदा सलामत निरंकार। ये काफ़ी लंबी पौड़ी है। असंख नाव असंख थाव, गुरु जी कहते ने कि कई ने जरा ਤੁਹਾਡਾ ਨਾਂ ਅਲੱਗ ਅਲੱਗ ਤਰੀਕੇ ਨਾਲ ਪੁਕਾਰਦੇ ਨੇ, ਤੁਹਾਡੇ ਥਾਂ ਅਲੱਗ ਅਲੱਗ ਸਮਝਦੇ ਨੇ। ਅਗਮ ਅਗਮ ਅਸੰਖ ਲੋ, ਤੁਹਾਡੇ ਅਗਮ ਅਗਮ ਅਸੰਖ ਲੋ। ਅਨਅਕਾਊਂਟੇਬਲ ਆਰ ਯੋਰ ਇਨਐਕਸੈਸਿਬਲ ਰੀਅਮਸ, ਮਤਲਬ ਕਿ ਜਿੱਥੇ ਤੁਸੀਂ ਰਹਿੰਦੇ ਹੋ। ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ। Unaccountable are your names and the names of your abodes. Unaccountable are your inaccessible realms. Perhaps it becomes our burden to carry, even to say the word unaccountable. For how dare we even attempt to word or pen he who is indescribable? ਇੱਥੇ ਗੁਰੂ ਜੀ ਕਹਿ ਰਹੇ ਨੇ ਕਿ ਕਈ ਨੇ ਜਿਹੜਾ ਤੇਰਾ ਨਾਮ ਨੂੰ ਅਲੱਗ ਅਲੱਗ ਦੱਸਿਆ ਗਿਆ ਅਤੇ ਤੇਰੇ ਥਾਂ ਨੂੰ ਜਿੱਥੇ ਤੂੰ ਰਹਿੰਦਾ ਉਹਨੂੰ ਵੀ ਅਲੱਗ ਅਲੱਗ ਮਤਲਬ ਅਸੰਖ ਦੱਸਿਆ ਗਿਆ। ਅਤੇ ਅਗਮ ਅਗਮ ਅਸੰਖ ਲੋ। ਪਰਹੈਪਸ ਇਟ ਬਿਕਮਸ ਆ ਬਰਡਨ ਟੂ ਕੈਰੀ, ਈਵਨ ਟੂ ਸੇ ਦ ਵਰਡ ਅਨਅਕਾਊਂਟੇਬਲ। ਮਤਲਬ ਸਾਨੂੰ ਇਹ ਜਦੋਂ ਅਸੀਂ ਅਸੰਖ ਕਹਿੰਦੇ ਹਾਂ ਅਤੇ ਇਹ ਵੀ ਸ਼ਾਇਦ ਗਲਤ ਅਸੀਂ ਕਹਿ ਰਹੇ ਹਾਂ। ਅਸੀਂ ਆਪਣੇ ਆਪ ਨੂੰ ਕਈ ਵਾਰੀ ਅਸੀਂ ਜ਼ਿੰਦਗੀ ਵਿੱਚ ਹਮੇਸ਼ਾ ਸਮਝਦੇ ਹਾਂ ਕਿ ਅਸੀਂ ਠੀਕ ਕਰ ਰਹੇ ਹਾਂ ਅਤੇ ਕਿ ਅਸੀਂ ਜਾਣਦੇ ਹਾਂ। ਆਈ ਨੋ ਦਿਸ, ਆਈ ਨੋ ਦੈਟ। ਟੂ ਸੇ ਆਈ ਨੋ, ਆਈ ਨੀਡ ਟੂ ਨੋ ਵੇਅਰ ਇਟਸ ਕਮਿੰਗ ਫਰੋਮ। ਅਸੀਂ ਜਦੋਂ ਬੋਲਦੇ ਹਾਂ ਕਿ ਇਹ ਸਹੀ ਹੈ ਜਾਂ ਇਹ ਗਲਤ ਹੈ, ਇਹ ਸੋਰਸ ਕਿੱਥੋਂ ਆ ਰਿਹਾ। ਕਈ ਵਾਰੀ ਅਸੀਂ ਸਮਝਦੇ ਕਿਸੇ ਕਿਤਾਬ ਤੋਂ ਅਸੀਂ ਕੁਛ ਪੜ੍ਹਿਆ, ਕਿਸੇ ਅਖਬਾਰ ਤੋਂ ਅਸੀਂ ਕੁਛ ਪੜ੍ਹਿਆ ਕਿ ਉਹ ਅਖਬਾਰ ਰਾਈਟ ਇਨਫੋਰਮੇਸ਼ਨ ਦੇ ਰਿਹਾ, ਕਿ ਉਹ ਕਿਤਾਬ ਰਾਈਟ ਇਨਫੋਰਮੇਸ਼ਨ ਦੇ ਰਿਹਾ। ਸਾਨੂੰ ਇਸ ਗੱਲ ਨੂੰ ਗੌਰ ਕਰਨਾ ਪਏਗਾ ਕਿ ਜ਼ਿੰਦਗੀ ਵਿੱਚ ਤੁਸੀਂ ਦੇਖੋ, ਮੈਂ ਅਤੇ ਤੁਸੀਂ ਅਗਰ ਦੋ ਜਣੇ ਕੋਈ ਗੱਲ ਕਰ ਰਹੇ ਨੇ ਆਪਸ ਵਿੱਚ ਅਤੇ ਤੀਜਾ ਕੋਈ ਆ ਕੇ ਸੁਣੇ, ਕੋਈ ਲੜਾਈ ਝਗੜਾ ਹੋ ਰਿਹਾ ਸਮਝੋ, ਤੀਸਰਾ ਬੰਦਾ ਕੋਈ ਆ ਕੇ ਉਸ ਥਾਂ ਇਹ ਸੁਣ ਲਵੇ, ਉਹ ਜਾ ਕੇ ਜੋ ਕਿਸੇ ਨੂੰ ਦੱਸੇਗਾ, ਉਹ ਜਿਹੜੀ ਦੋ ਬੰਦੇ ਲੜਾਈ ਕਰ ਰਹੇ ਉਹਨਾਂ ਦੇ ਖਿਆਲ ਦੇ ਵਿੱਚ ਤਾਂ ਨਹੀਂ ਜਾ ਸਕਦੇ। ਉਹ ਜਿਹੜੇ ਸੋਚਦੇ ਨੇ, ਉਹਨਾਂ ਦੇ ਭਾਵ, ਉਹਨਾਂ ਦੇ ਪਿੱਛੇ ਕੀ ਉਹ ਬੋਲ ਰਹੇ ਨੇ, ਉਹਨਾਂ ਦੇ ਇੰਟੈਂਸ਼ਨ ਕੀ ਹੈ, ਉਹ ਤਾਂ ਸਮਝ ਨਹੀਂ ਸਕਦਾ, ਗੈਸ ਕਰ ਸਕਦਾ। ਜਿਹੜਾ ਖੁਦ ਲੜਾਈ ਕਰ ਰਿਹਾ ਉਹ ਵੀ ਦੂਜਾ ਦਾ ਨਹੀਂ ਸਮਝ ਸਕਦਾ ਅਤੇ ਜਿਹੜਾ ਤੀਸਰਾ ਉਹ ਦੋਨੋਂ ਦਾ ਕਿਵੇਂ ਸਮਝੇਗਾ। ਇਸੇ ਤਰ੍ਹਾਂ ਹਿਸਟਰੀ ਜਿਹੜਾ ਅਸੀਂ ਸਮਝਦੇ ਸਹੀ ਹਾਂ, ਇੱਕ ਪਰਸਪੈਕਟਿਵ ਹੈਗਾ। ਡੇਟਸ ਐਂਡ ਇਵੈਂਟਸ ਆਫ ਅਕਰੈਂਸਿਸ ਓਕੇ, ਮਤਲਬ ਇਹ ਹਾਦਸਾ ਕਦ ਹੋਇਆ, ਕਬ ਹੋਇਆ, ਇੱਥੇ ਹੋਇਆ, ਉੱਥੇ ਹੋਇਆ, ਉਹ ਫਿਰ ਠੀਕ ਹੈ ਫੈਕਟਸ। ਪਰ ਜਿਹੜਾ ਕਿ ਇੰਟੈਂਸ਼ਨ ਕੀ ਸੀ, ਉਹ ਕੀ ਸੀ, ਇਹ ਪਰਸਪੈਕਟਿਵਸ ਨੇ। ਅਸੀਂ ਕਿਸੇ ਦੇ ਔਰ
ਜਿਹੜੇ ਲਿਖਣ ਵਾਲੇ ਵੀ ਉਸ ਥਾਂ ਮੌਜੂਦ ਨਹੀਂ ਸੀ। ਉਹ ਕਿਸੇ ਦਾ ਮਨ ਨੂੰ ਅਸੀਂ ਕਿਵੇਂ ਜਾਣ ਸਕਦੇ? ਇਸੇ ਤਰ੍ਹਾਂ ਅਸੀਂ ਜਦੋਂ ਕਹਿੰਦੇ ਹਾਂ ਰੱਬ ਦਾ ਨਾਂ ਇਹ, ਰੱਬ ਇੱਥੇ ਰਹਿੰਦਾ ਹੈ, ਜਾਂ ਉਹ ਇੰਨੇ ਆਸਮਾਨ ਨੇ, ਇੰਨੇ, ਅਸੀਂ ਉਹ ਬਾਊਂਡਰੀਜ਼ ਨਹੀਂ ਪਾ ਸਕਦੇ ਜਿੰਨਾ ਚਿਰ ਉਹ ਖੁਦ ਅਕਾਲ ਪੁਰਖ ਆਪਣਾ ਸਾਨੂੰ ਦੱਸਣ ਨਾ ਆਏ। ਅਤੇ ਉਹ ਜਦੋਂ ਸਾਨੂੰ ਆਪਣੇ ਆਪ ਦੱਸਣ ਆਉਂਦਾ ਹੈ, ਫਿਰ ਸਾਨੂੰ ਸਹੀ ਰਾਹ ਸਹੀ ਪਤਾ ਚੱਲਦਾ ਹੈ। ਅਗਮ ਅਸੰਖ ਹੈ ਸਿਰ ਭਾਰ ਹੋਏ। ਇੱਥੇ ਗੁਰੂ ਜੀ ਕਹਿੰਦੇ ਨੇ ਜਦੋਂ ਅਸੀਂ ਇਸ ਤਰ੍ਹਾਂ ਕਹਿੰਦੇ ਹਾਂ, ਜਦੋਂ ਇਸ ਤਰ੍ਹਾਂ ਲਿਖਦੇ ਹਾਂ, ਇਸ ਤਰ੍ਹਾਂ ਡਿਸਕਰਾਈਬ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਈਵਨ ਸੇਇੰਗ ਕਿ ਬਹੁਤ ਕੁਛ ਹੈ, ਉਹ ਵੀ ਅਸੀਂ ਆਪਣੇ ਉੱਤੇ ਭਾਰ ਲੈ ਰਹੇ ਹਾਂ, ਕਿਉਂਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਸ ਨੂੰ ਡਿਸਕਰਾਈਬ ਕਰਨਾ ਜਿਹੜਾ ਅਨਡਿਸਕਰਾਈਬੇਬਲ ਹੈ। ਇੱਥੇ ਗੁਰੂ ਜੀ ਇੰਨੇ ਤਰੀਕੇ ਨਾਲ ਸਾਨੂੰ ਦੱਸ ਰਹੇ ਨੇ ਕਿ ਉਸ ਦੀ ਮਤਲਬ ਸੱਚਾਈ ਉਹੀ ਜਾਣਦਾ ਹੈ। ਅਸੀਂ ਭਾਵੇਂ ਜਿੰਨਾ ਮਰਜ਼ੀ ਕੋਸ਼ਿਸ਼ ਕਰੀਏ, ਅਸੀਂ ਨਹੀਂ ਉਸ ਨੂੰ ਪਾ ਸਕਦੇ ਹਾਂ। ਅੱਖਰੀ ਨਾਮ ਅੱਖਰੀ ਸਲਾਹ, ਅੱਖਰੀ ਗਿਆਨ ਗੀਤ ਗੁਣ ਗਾ। ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਖਾਣ। ਜਿਨ ਇਹ ਲਿਖੇ ਤਿਸ ਸਿਰ ਨਾਏ, ਜੇ ਫਰਮਾਏ ਤਿਵ ਤਿਵ ਪਾਏ। ਜੇਤਾ ਕੀਤਾ ਤੇਤਾ ਨਾਉ, ਵਿਣ ਨਾਵੈ ਨਾਹੀ ਕੋ ਥਾਉ। ਕੁਦਰਤ ਕਵਨ ਕਹਾ ਵਿਚਾਰ, ਵਾਰੇ ਨ ਜਾਵਾ ਏਕ ਵਾਰ। ਜੋ ਤੁਧ ਪਾਵੈ ਸਹੀ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਚਲੋ ਇੰਗਲਿਸ਼ ਵਿੱਚ ਵੇਖੀਏ ਕਿ ਇਹ 6 ਲਾਈਨਾਂ ਦਾ ਕੀ ਮਤਲਬ ਹੈ। And yet it dawns, words describing your names are yours too, for your praises can then with these words be done too. There is the need for words to impart understanding of your philosophies. It is through words that lyrics of songs can praise your qualities. So Guru Ji ਇੱਥੇ ਦੱਸ ਰਹੇ ਨੇ ਕਿ ਹਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੈਨੂੰ ਵਿਚਾਰਨ ਦਾ, ਪਰ ਇੱਥੇ ਗੁਰੂ ਜੀ ਨੇ ਅੱਖਰੀ ਨਾਮ ਅੱਖਰੀ ਸਾਲਾ ਮਤਲਬ ਕਿ ਅੱਖਰ ਤੇ ਚਾਹੀਦਾ ਤੈਨੂੰ, ਤੇਰਾ ਨਾਂ ਮਤਲਬ ਡਿਸਕਰਾਈਬ ਵਾਸਤੇ ਤੇ ਅੱਖਰ ਲਿਖਣਾ ਪਏਗਾ, ਤੇਰੀ ਸਲਾਹ ਵਾਸਤੇ ਤੇ ਅੱਖਰ ਲਿਖਣਾ ਪਏਗਾ। ਅੱਖਰੀ ਗਿਆਨ ਗੀਤ ਗੁਣ ਗਾ, ਤੇਰੇ ਪ੍ਰੇਜ਼ਸ ਵਾਸਤੇ, ਤੇਰੇ ਗਿਆਨ ਵਾਸਤੇ, ਤੇਰੇ ਗੀਤ ਗਾਉਣ ਵਾਸਤੇ ਵੀ ਅੱਖਰ ਦੀ ਲੋੜ ਹੈਗਾ। ਇੱਥੇ ਅੱਖਰ ਦੀ ਗੱਲ ਕਰਦੇ ਪਏ ਨੇ ਕਿ ਚਲੋ ਅਸੀਂ ਨਹੀਂ ਕਰ ਪਾ ਸਕਦੇ, ਲੇਕਿਨ ਕਰਨਾ ਤਾਂ ਪਏਗਾ। ਮਤਲਬ ਇਸਮੇਂ ਹਉਮੈ ਨਹੀਂ ਹੋਣਾ ਚਾਹੀਦਾ ਕਿ ਮੈਂ ਸਾਰਾ ਕੁਝ ਕਰ ਸਕਦੀ ਹਾਂ, ਮੈਨੂੰ ਆਉਂਦਾ, ਮੈਂ ਬੜਾ ਕੁਝ ਕਰ ਰਹੀ ਹਾਂ, ਮੈਂ ਬਹੁਤ ਕੁਝ ਕਰ ਰਹੀ ਹਾਂ। ਇਸ ਨੂੰ ਮਿਟਾਉਣ ਵਾਸਤੇ ਗੁਰੂ ਜੀ ਮਤਲਬ ਕਿ ਸਾਨੂੰ ਦੱਸਦੇ ਨੇ, ਪਹਿਲਾਂ ਦੱਸਿਆ ਸੀ ਕਿ ਅਸੀਂ ਨਹੀਂ ਕਰ ਸਕਦੇ, ਔਰ ਇੱਥੇ ਅਸੀਂ ਕਹਿ ਰਹੇ ਨੇ ਕਿ ਕਰਨਾ ਪੈਂਦਾ, ਅੱਖਰ ਦੀ ਲੋੜ। ਇੱਥੇ ਅੱਖਰ ਦੀ ਗੱਲ ਹੋ ਰਹੀ ਹੈ, ਮਤਲਬ ਐਲਫਾਬੈਟਸ, ਇੱਕ ਓਂਕਾਰ ਜਾਂ ਊੜਾ ਐੜਾ ਈੜੀ ਮਤਲਬ ਜਾਂ ABCD, ਇਹ ਅੱਖਰ ਦੀ ਲੋੜ ਹੈਗਾ ਇਹਨਾਂ ਸੈਂਟੈਂਸਿਸ ਨੂੰ ਪੜ੍ਹਨ ਦਾ, ਸਮਝਣ ਦਾ। ਅਤੇ ਇੱਥੇ ਗੁਰੂ ਜੀ ਕਹਿੰਦੇ ਨੇ ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਖਾਣ। ਮਤਲਬ ਲਿਖਣ ਬੋਲਣ ਇਹ ਸਾਰਾ ਕੁਛ ਜਿਹੜਾ ਚਿੱਠੀਆਂ ਕੋਈ ਲਿਖੇ ਜਾਂ ਬੋਲਣ ਬਾਣ ਮਤਲਬ ਹਿਮਸ ਜਾਂ ਕੀਰਤਨ ਕੋਈ ਕਰੇ, ਉਹ ਤਾਂ ਫਿਰ ਲੋਕ ਨੇ ਲਿਖਣਾ ਅਤੇ ਰਿਕਾਰਡਿੰਗ ਵੀ ਹੋ ਜਾਂਦੀ ਹੈ। ਅਤੇ ਅੱਖਰਾਂ ਸਿਰ ਸੰਜੋਗ ਵਖਾਣ। It is through words that lyrics of songs can praise your qualities. A language can be spoken or written is because of words, and thus unaccountable has been used as a mere word among so many words. The great Almighty One that has penned man's destiny, how can one ever pen his greatness or ability? One can merely follow and flow as he commands. ਅੱਖਰੀ ਗਿਆਨ ਗੀਤ ਗੁਣ ਗਾ, ਅਸੀਂ ਉਸ ਦੀ ਗਿਆਨ ਨੂੰ ਗਾ ਰਹੇ ਹਾਂ, ਸਮਝ ਰਹੇ ਹਾਂ, ਅਤੇ ਅੱਖਰ ਦੀ ਲੋੜ ਪੈਂਦੀ ਹੈ। ਮਤਲਬ ਕਿ ਅਸੀਂ ਲਿਖ ਨਹੀਂ ਸਕਦੇ। ਗੁਰੂ ਜੀ ਕਹਿੰਦੇ ਪਏ ਨੇ ਕਿ ਸਾਡੇ ਹੱਥ, ਸਾਡੇ ਵੱਸ ਵਿੱਚ, ਮਤਲਬ ਅਸੀਂ ਲਿਖਣ ਜੋਗੀ ਨਹੀਂ ਹਾਂ, ਪਰ ਅੱਖਰ ਤਾਂ ਚਾਹੀਦਾ ਹੈ ਸਿਰਫ ਭਾਸ਼ਾ ਨੂੰ ਸਮਝਣ ਵਾਸਤੇ, ਈਵਨ ਬੋਲਣ ਵਾਸਤੇ। ਇਹਦੇ ਵਿੱਚ ਵੀ ਗੁਰੂ ਜੀ ਕਹਿੰਦੇ ਨੇ ਕਿ ਭਾਸ਼ਾ ਵਾਸਤੇ ਵੀ ਅੱਖਰ ਦੀ ਲੋੜ ਹੈਗਾ। ਅੱਖਰਾਂ ਸਿਰ ਸੰਜੋਗ ਵਖਾਣ ਮਤਲਬ ਗੁਰੂ ਜੀ ਕਹਿੰਦੇ ਨੇ ਡੈਸਟਨੀ ਜਿਹੜੀ ਹੈ ਉਹ ਵੀ ਤਾਂ
ਮੱਥਾ ਦੀ ਤਿਉੜੀ ਦੇ ਉੱਤੇ ਲਿਖਿਆ ਹੈ ਕਿਸੇ ਦਾ ਡੈਸਟਨੀ, ਸਿਰ ਸੰਜੋਗ ਵਖਾਣ, ਇਹ ਵੀ ਇੱਕ ਲਿਖਿਆ ਹੈ ਕਿਸੇ ਦੇ ਸਿਰ ਉੱਤੇ ਸੰਜੋਗ, ਲੇਕਿਨ ਉਸ ਦੇ ਸਿਰ ਉੱਤੇ ਕੋਈ ਸੰਜੋਗ ਨਹੀਂ ਜਿਹਨੇ ਇਹ ਲਿਖਿਆ ਅਤੇ ਸਿਰ ਨਾ ਹੈ ਉਸ ਦੇ ਸਿਰ ਉੱਤੇ ਸੰਜੋਗ ਨਹੀਂ, ਕਿਉਂਕਿ ਉਸਦੀ ਸਰੀਰ ਹੈ ਹੀ ਨਹੀਂ। ਅਸੀਂ ਕਰਮ ਕਰ ਰਹੇ ਹਾਂ, ਕਰਮ ਦੇ ਅਨੁਸਾਰ ਸਾਡੀ ਜੋਤੀ ਬਿੰਦੂ ਇਸ ਸਰੀਰ ਵਿੱਚ ਅਸੀਂ ਰਹਿ ਰਹੇ ਹਾਂ ਅਤੇ ਸਿਰ ਉੱਤੇ ਅਸੀਂ ਤਾਂ ਕਹਿੰਦੇ ਕਿ ਜੋਤੀ ਬਿੰਦੂ ਦੇ ਵਿੱਚ ਟਿਕੀ ਹੋਈ ਹੈ ਸਾਰੇ ਸਾਡੇ ਕਰਮ, ਸਾਰੇ ਸਾਡੇ ਜੋ ਅਸੀਂ ਕਰ ਰਹੇ ਹਾਂ, ਜੋ ਅਸੀਂ ਭੋਗ ਰਹੇ ਹਾਂ, ਜੋ ਸਾਡੀ ਡੈਸਟਨੀ ਹੈ, ਜੋ ਅਸੀਂ ਯੋਗ ਕਰਕੇ ਉਸਨੂੰ ਥੋੜ੍ਹਾ ਡਿਲੀਟ ਕਰ ਰਹੇ ਹਾਂ, ਸਾਡਾ ਖਾਤਾ ਜਿਹੜਾ ਹੈ ਕਰਮ ਦਾ, ਉਹ ਸਾਰੇ ਆਪਣੇ ਆਤਮਾ ਦੇ ਵਿੱਚ ਟਿਕੀ ਹੋਈ ਹੈ। ਤਾਂ ਉਸ ਨੂੰ ਅਸੀਂ ਕਹਿੰਦੇ ਹਾਂ ਸਿਰ ਦੇ ਉੱਤੇ, ਲਕੀਰਾਂ ਦੇ ਉੱਤੇ। ਪਰ ਅਕਾਲ ਪੁਰਖ ਦਾ ਖੁਦ ਦਾ ਹੋਣ ਨਹੀਂ, ਇਸ ਵਾਸਤੇ ਉਸ ਦੇ ਸਿਰ ਉੱਤੇ ਕੋਈ ਇਹੋ ਜਿਹੀ ਲਕੀਰ ਨਹੀਂ ਹੈ, ਕਰਮ ਖਾਤੇ ਦਾ ਕੋਈ ਲਕੀਰ ਨਹੀਂ। ਜਿਵ ਫਰਮਾਏ ਤਿਵ ਤਿਵ ਪਾਹੇ। ਅਤੇ ਉਹ ਫਿਰ ਜਿਸ ਤਰ੍ਹਾਂ ਉਹ ਕਹਿੰਦਾ ਉਸ ਤਰ੍ਹਾਂ ਹੀ ਹੋਏ, ਉਹ ਜਿਸ ਤਰ੍ਹਾਂ ਚਾਹੇ, ਜਿਸ ਤਰ੍ਹਾਂ ਉਹ ਠੀਕ ਸਮਝੇ ਉਹ ਉਸ ਤਰ੍ਹਾਂ ਕਰੇ, ਉਹ ਤੇ ਬੇਹੱਦ ਹੈ, ਬੇਅੰਤ ਹੈ। ਤਾਂ ਅਸੀਂ ਵੀ ਉਸ ਦੇ ਰਾਹ 'ਤੇ ਜਿਸ ਤਰ੍ਹਾਂ ਉਹ ਕਹਿੰਦੇ ਨੇ ਅਸੀਂ ਵੀ ਉਸ ਤਰ੍ਹਾਂ ਕਰੀ ਜਾਵੇ। ਜੇ ਫਰਮਾਏ ਤਿਵ ਤਿਵ ਪਾਏ, ਉਸ ਤਰ੍ਹਾਂ ਸਾਨੂੰ ਕਰਨਾ ਪੈਂਦਾ। ਅਸੀਂ ਵੀ ਸਿੰਪਲੀ ਫੋਲੋ ਕਰ ਰਹੇ ਹਾਂ ਉਸ ਦੀ ਰਾਹ ਨੂੰ, ਕਿਉਂਕਿ ਲੈਂਗੁਏਜ ਵਾਸਤੇ ਵੀ ਵਰਡਸ ਚਾਹੀਦਾ ਹੈ, ਪਰ ਔਰ ਜੋ ਵੀ ਉਹ ਕਰਾ ਰਹੇ ਹੈ ਉਹ ਅਸੀਂ ਫਲੋ ਕਰਨਾ ਪਏਗਾ। ਤਾਂ ਫੋਲੋ ਔਰ ਫਲੋ as he commands. How can one ever pen his greatness or ability? ਅਸੀਂ ਲਿਖ ਨਹੀਂ ਪਾਉਂਦੇ, ਸਿਰਫ ਫਲੋ ਕਰਨਾ ਪਏਗਾ। One can merely follow and flow as he commands. ਪਰ ਦੁਨੀਆ ਵਿੱਚ ਤਾਂ ਅਸੀਂ ਲਿਖਦੇ ਹਾਂ, ਪੜ੍ਹਦੇ ਹਾਂ, ਉਹ ਗੁਰੂ ਉਸ ਦੀ ਗੱਲ ਨਹੀਂ ਕਰ ਰਹੇ। ਲਿਖਣਾ ਪੜ੍ਹਨਾ ਲੈਂਗੁਏਜ ਵਾਸਤੇ, ਪੜ੍ਹਾਈ ਕਰਨ ਵਾਸਤੇ। ਹੁਣ ਗੁਰਬਾਣੀ ਅਸੀਂ ਪੜ੍ਹ ਰਹੇ ਹਾਂ, ਉਸਨੂੰ ਲਿਖ ਰਹੇ, ਉਸਨੂੰ ਸਮਝ ਰਹੇ, ਇਹ ਵੀ ਤਾਂ ਇਹ ਵੀ ਤਾਂ ਅੱਖਰ ਹੈ, ਇਹ ਵੀ ਤਾਂ ਲਿਖਣਾ ਹੈ। ਇਹ ਗੱਲ ਨਹੀਂ ਗੁਰੂ ਜੀ ਕਹਿੰਦੇ, ਦਾ ਲਿਟਰਲ ਮੀਨਿੰਗ ਨਹੀਂ ਹੈ। ਉਹਦਾ ਮਤਲਬ ਹੈ ਕਿ ਅਸੀਂ ਆਪਣੇ ਆਪ ਨੂੰ ਹੁਸ਼ਿਆਰ ਨਾ ਸਮਝੇ ਕਿ ਅਸੀਂ ਲਿਖਣ ਯੋਗੀ ਹੈਗਾ, ਕਿ ਅਸੀਂ ਰੱਬ ਨੂੰ ਸਮਝ ਗਿਆ, ਅਸੀਂ ਉਸ ਬੇਹੱਦ ਬੇਅੰਤ ਨੂੰ ਸਮਝ ਰਹੇ ਹਾਂ ਔਰ ਸਮਝ ਗਏ ਹਾਂ, ਅਤੇ ਅਸੀਂ ਹੁਣ ਉਸ ਦੇ ਬਾਰੇ ਲਿਖ ਸਕਦੇ ਹਾਂ ਅਤੇ ਮੈਂ ਠੀਕ ਹਾਂ ਅਤੇ ਮੈਂ ਹੀ ਸਹੀ ਹਾਂ। ਇਸ ਤਰ੍ਹਾਂ ਕਰਕੇ ਸਾਡੇ ਵਿਚਾਰ ਨਹੀਂ ਹੋਣੇ ਚਾਹੀਦੇ। ਸਾਡੇ ਵਿੱਚ ਉਹ ਨਿਉਣਾ, ਇਹ ਮਤਲਬ ਗੱਲ ਹੈ ਕਿ ਆਪਣੇ ਆਪ ਨੂੰ ਨਿਉਣਾ ਪਏਗਾ। ਸਿਰਫ ਅਸੀਂ ਉਸ ਦੇ ਹੁਕਮ ਵਿੱਚ ਚੱਲ ਰਹੇ ਜਿਵ ਫਰਮਾਏ ਤਿਵ ਤਿਵ ਪਾਏ, ਉਸ ਤਰ੍ਹਾਂ ਚੱਲਦੇ ਜਾਏ, ਜਿਵੇਂ ਉਹ ਕਹਿ ਰਹੇ, ਜਿਵੇਂ ਉਹ ਕਰ ਰਿਹਾ, ਅਸੀਂ ਕਰੀ ਜਾਏ। ਅਤੇ ਸਾਡੀ ਸੰਜੋਗ ਅੱਖਰਾਂ ਸਿਰ ਸੰਜੋਗ ਅਖਾਣ, ਉਹ ਵੀ ਲਿਖਿਆ ਅੱਖਰ ਵਿੱਚ, ਸਾਡੇ ਸੰਜੋਗ ਵਿੱਚ ਵੀ ਲਿਖਿਆ ਕਿ ਅਸੀਂ ਕੀ ਕਰਨਾ। ਜੇਤਾ ਕੀਤਾ ਤੇਤਾ ਨਾਉ, ਵਿਣ ਨਾਵੇ ਨਾਹੀ ਕੋ ਥਾਉ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨ ਜਾਵਾ ਏਕ ਵਾਰ। ਜੋ ਤੁਧ ਭਾਵੇ ਸਹੀ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇੱਥੇ ਜੇ ਆਪਾਂ ਦੇਖੀਏ, ਗੁਰੂ ਜੀ ਕੁਦਰਤ ਕਵਣ ਕਹਾ ਵਿਚਾਰ ਥਰਡ ਟਾਈਮ ਕਹਿ ਰਹੇ ਨੇ। ਮਤਲਬ ਅਸੰਖ ਦੇ ਪੋਜ਼ੀਟਿਵ ਵਾਲੇ ਪੌੜੀਆਂ ਵਿੱਚ ਗੁਰੂ ਜੀ ਨੇ ਕੁਦਰਤ ਕਵਣ ਕਹਾ ਵਿਚਾਰ, ਮਤਲਬ ਕਿ ਅਸੀਂ ਉਸ ਦੀ ਕੁਦਰਤ ਨੂੰ ਕਿਵੇਂ ਵਿਚਾਰ ਸਕਦੇ ਹਾਂ ਅਤੇ ਉਹ ਹੀ ਜਾਣਦਾ। ਪਰ ਇੱਕ ਅਸੰਖ ਦੇ ਪੌੜੀ ਵਿੱਚ ਉਹਨਾਂ ਨੇ ਲਿਖਿਆ ਨਾਨਕ ਕਵਣ ਕਹਾ ਵਿਚਾਰ, ਮਤਲਬ ਕਿ ਮੈਂ ਨੀਵਾਂ, ਜਿਵੇਂ ਉਹ ਜਿਹੜੀ ਨੈਗੇਟਿਵ ਵਾਲੀ ਪੌੜੀ ਸੀ ਉੱਥੇ ਕੁਦਰਤ ਨਹੀਂ ਲਿਖਿਆ, ਉੱਥੇ ਨਾਨਕ ਲਿਖਿਆ ਕਿ ਮੈਂ ਬੋਲ ਰਿਹਾ, ਕਿਉਂਕਿ ਅਕਾਲ ਪੁਰਖ ਇਸ ਤਰ੍ਹਾਂ ਬੋਲ ਹੀ ਨਹੀਂ ਸਕਦਾ। ਅਤੇ ਬਾਕੀ ਵਾਰਿਆ ਨ ਜਾਵਾ ਏਕ ਵਾਰ, ਇਹ ਤੋ ਜੋ ਤੁਧ ਭਾਵੇ ਸਹੀ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹ 4 ਵਾਰੀ ਇਹ ਪੰਕਤੀ ਦੁਹਰਾਇਆ ਦੇ, ਮਤਲਬ ਕਿੰਨੀ ਅਹਿਮੀਅਤ ਹੈ ਇਨ ਪੰਕਤੀਆਂ ਦੇ ਵਿੱਚ ਕਿ ਗੁਰੂ ਜੀ ਨੇ 4 ਵਾਰੀ ਉਚਾਰਿਆ। ਅਤੇ ਕੁਦਰਤ ਕਵਣ ਕਹਾ ਵਿਚਾਰ ਵੀ ਬਹੁਤ ਹੀ ਵੱਡੀ ਲਾਈਨ ਹੈ, ਕਿਉਂਕਿ ਵਿੱਚ ਜਦੋਂ ਅਸੀਂ ਨੈਗੇਟਿਵ ਸੋਚਦੇ ਹਾਂ ਉਹ ਨਾਨਕ ਨੀਚ, ਮੈਂ ਖੁਦ ਨੀਚ ਵਿਚਾਰ ਰਿਹਾ। ਵਾਰਿਆ ਨ ਜਾਵਾ ਏਕ ਵਾਰ, ਜੋ ਤੁਧ ਭਾਵੇ ਸਹੀ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇੱਥੇ ਪਹਿਲੀ ਲਾਈਨ ਜਿਹੜੀ ਜੇਤਾ ਕੀਤਾ ਤੇਤਾ ਨਾਉ, this very creation is but a reflection of his form, and there isn't a place that is devoid of that norm. ਇੱਕ ਥਾਂ ਵੀ ਨਹੀਂ ਹੈ ਜਿੱਥੇ ਅਕਾਲ ਪੁਰਖ ਤੋਂ ਬਿਨਾਂ ਹੈ, ਇੱਕ ਕ੍ਰੀਏਸ਼ਨ ਵੀ ਨਹੀਂ ਹੈ। ਹਰ ਇੱਕ ਥਾਂ, ਮਤਲਬ ਜਿੱਥੇ ਜਿੱਥੇ ਮੈਂ ਵੇਖਾਂ ਉੱਥੇ ਉੱਥੇ ਤੇਰਾ ਕ੍ਰੀਏਸ਼ਨ ਹੈ।
ਹਵਾ ਹੋਏ, ਪਾਣੀ ਹੋਏ, ਇੱਕ ਇੱਕ ਚੀਜ਼ ਨੂੰ ਅਸੀਂ ਵੇਖੀਏ। ਜੇਤਾ ਕੀਤਾ ਤੇਤਾ ਨਾਉ, ਹਰ ਇੱਕ ਥਾਂ ਤੇਰਾ ਕੀਤਾ ਹੋਇਆ ਹੈ, ਤੇਰਾ ਹੀ ਨਾਂ ਹੈ। ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ, ਇਸ ਵਾਸਤੇ ਅਸੀਂ ਤੂੰ ਹੀ ਬੋਲਾਂਗੇ। ਸਾਰਾ ਕੁਛ ਵਿੱਚ ਤੂੰ ਹੀ ਹੈ, ਕਿਉਂਕਿ ਤੂੰ ਹੀ ਤਾਂ ਬਣਾਇਆ ਸਾਰਾ ਕੁਛ। ਵਿਣ ਨਾ ਹੀ ਕੋਥਾ, ਇੱਕ ਥਾਂ ਵੀ ਨਹੀਂ ਹੈ ਜਿੱਥੇ ਤੂੰ ਨਹੀਂ ਹੈ। ਮਤਲਬ ਅਸੰਖ ਦੇ ਵਿੱਚ ਅਸੀਂ ਪੌੜੀਆਂ ਜਿਹੜੇ ਪੜ੍ਹੇ ਆ, ਉਸ ਦੀ ਕੁਦਰਤ ਦੀ ਅਸੀਂ ਹਰ ਇੱਕ ਚੀਜ਼ ਵੇਖਿਆ, ਪੋਜ਼ੀਟਿਵ ਵੀ, ਨੈਗੇਟਿਵ ਵੀ, ਤਪ ਵੀ, ਚੋਰ ਡਾਕੇ ਤੱਕਨ, ਨਿੰਦਿਆ ਤੱਕਨ, ਅਤੇ ਫਿਰ ਅੱਖਰ ਵੀ, ਭਾਸ਼ਾ ਵੀ, ਲਿਖਣ ਵਾਲੇ ਵੀ, ਇਹ ਸਾਰਾ ਕੁਛ ਮਤਲਬ ਉਸ ਦੇ ਨਾਂ ਤੋਂ ਬਿਨਾਂ ਕੁਛ ਵੀ ਨਹੀਂ। ਸਾਰਾ ਕੁਛ ਹੀ ਉਹ ਕਰਾ ਰਿਹਾ, ਅਤੇ ਉਹਦੇ ਨਾਲ ਹੀ ਉਸ ਦੀ ਸਮਝ ਵਿੱਚ ਹੀ ਹੋ ਰਿਹਾ। ਅਤੇ ਜੇ ਮੈਂ ਉਸ ਨੂੰ, ਉਸ ਦੀ ਕੁਦਰਤ ਨੂੰ ਮੈਂ ਸਮਝਾਂ, ਅਸੀਂ ਅੱਜ ਰਲ ਕੇ ਥੋੜ੍ਹਾ ਚਿਰ ਵਾਸਤੇ ਉਸ ਦੀ ਕੁਦਰਤ ਦੇ ਉੱਤੇ ਮੈਡੀਟੇਟ ਕਰ ਸਕਦੇ ਹਾਂ। ਮਤਲਬ ਉਸ ਦੀ ਕੁਦਰਤ ਉੱਤੇ, ਉਸ ਨੂੰ ਮਿਲ ਕੇ ਉਸ ਦੀ ਕੁਦਰਤ 'ਤੇ ਉਸ ਦੀ ਕਿਰਨੇ ਫੇਰ ਸਕਦੇ ਹਾਂ। ਕਿਉਂਕਿ ਉਸ 'ਤੇ ਸ਼ੁਕਰੀਆ ਕਰਨ ਵਾਸਤੇ ਆਪਣੇ ਅੱਖਾਂ, ਆਪਣੇ ਕੰਨ, ਆਪਣੇ ਇੱਕ ਇੱਕ ਚੀਜ਼ ਜਿਹੜੇ ਮੇਰੀ ਠੀਕ ਚੱਲ ਰਹੀ ਹੈ, ਸ਼ੁਕਰ ਹੈ ਪਰਮਾਤਮਾ ਦੀ, ਮੈਂ ਲੰਗੜੇ ਲੂੜੇ ਨਹੀਂ ਹਾਂ, ਅਪਾਹਿਜ ਨਹੀਂ ਹਾਂ, ਅਤੇ ਮੇਰੇ ਇੰਨਾ ਸੋਹਣਾ ਪਰਿਵਾਰ ਹੈ, ਮੇਰੇ ਬੱਚੇ, ਮੇਰੇ ਮਾਂ ਪਿਓ, ਮੇਰੇ ਘਰ ਹੈ, ਮੇਰੇ ਕੋਲ ਘਰ ਹੈ, ਕਿੰਨਾ ਕੋਲ ਘਰ ਵੀ ਨਹੀਂ ਹੈ, ਗਰੀਬ ਕਿੰਨੇ ਨੇ, ਅਤੇ ਸ਼ੁਕਰ ਕਰੀਦਾ। ਅਤੇ ਉਸ ਦੀ ਕੁਦਰਤ ਨੂੰ ਜੇ ਅਸੀਂ ਵੇਖੀਏ ਕਿ ਕੀ ਚੱਲ ਰਿਹਾ ਦੁਨੀਆ ਵਿੱਚ, ਕੀ ਹੋ ਰਿਹਾ, ਅਤੇ ਮੈਂ ਉਸ ਤੋਂ ਕਿੰਨੀ ਭੈੜੀਆਂ ਚੀਜ਼ਾਂ ਤੋਂ ਮੈਂ ਬਚੀ ਹੋਈ ਹਾਂ। ਸ਼ੁਕਰ ਹੈ ਮੈਂ ਡਾਕੂ ਨਹੀਂ ਹਾਂ, ਮੈਂ ਠੱਗ ਨਹੀਂ ਹਾਂ, ਮੈਂ ਕਤਲ ਨਹੀਂ ਹਾਂ, ਮੈਂ ਕੋਈ ਇੰਨਾ ਭੈੜਾ ਕੰਮ ਨਹੀਂ ਕਰ ਰਹੀ ਹਾਂ। ਸ਼ੁਕਰ ਹੈ ਉਸ ਦੇ ਕਿ ਉਸ ਦੇ ਹੁਕਮ ਵਿੱਚ ਮੇਰੇ ਹਿੱਸਾ ਇਹ ਲਿਖਿਆ ਸੀ। ਅਤੇ ਇਹ ਉਸ ਦੇ ਕੁਦਰਤ ਨੂੰ ਵਿਚਾਰ ਕਰਨ ਦੀ ਗੱਲ ਹੈ ਕਿ ਅਸੀਂ ਉਸ ਦੀ ਵਡਿਆਈ ਨੂੰ ਜਦੋਂ ਅਸੀਂ ਵਿਚਾਰਾਂਗੇ, ਸ਼ੁਕਰ ਕਰਾਂਗੇ ਆਪਣੇ ਘਰ ਦਾ, ਪਰਿਵਾਰ ਦਾ, ਪੂਰਾ ਦੁਨੀਆ ਦਾ, ਕਿੰਨੇ ਸੋਹਣੇ ਹਵਾ, ਪਾਣੀ, ਸੂਰਜ, ਚੰਦਰਮਾ, ਸਭ ਕੁਝ ਸਾਡੇ ਵਾਸਤੇ, ਫਿਰ ਅਸੀਂ ਉਸ ਦੀ ਵਾਹ ਵਿੱਚ ਰਵਾਂਗੇ। ਫਿਰ ਸਾਨੂੰ ਸਾਡੇ ਮੂੰਹ ਨਿਕਲੇਗਾ ਵਾਹ ਗੁਰੂ ਵਾਹ, ਵਾਹ ਗੁਰੂ ਵਾਹ। ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨ ਜਾਵਾ ਏਕ ਵਾਰ, ਜੋ ਤੁਧ ਪਾਵੈ ਸਹੀ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹ ਇੱਥੇ ਪੌੜੀ 19, ਪੌੜੀ 19 ਖਤਮ ਹੁੰਦੀ ਹੈ। ਅਤੇ ਫਿਰ ਇੱਕ ਵਾਰੀ ਵਕਤ ਨੂੰ ਵਹਿੰਦੀ ਹੈ, ਆਪ ਜੀ ਦੇ ਨਾਲ ਮੈਂ ਸ਼ੁਕਰੀਆ ਕਰਨੀ ਹਾਂ, ਅਤੇ ਆਪ ਜੀ ਜ਼ਰੂਰ ਉਸ ਦੀ ਕੁਦਰਤ ਦੇ ਉੱਤੇ ਗੌਰ ਕਰੀਏ, ਅਤੇ ਉਸ ਦੀ ਵਾਹ ਵਿੱਚ ਰਹੀਏ, ਅਤੇ ਉਸ ਨੂੰ ਜ਼ਰੂਰ ਮਿਲਦੇ ਰਹੀਏ ਆਪਣੇ ਮਨ ਦੇ ਵਿੱਚ, ਤਾਂ ਕਿ ਆਪਾਂ ਅਕਾਲ ਪੁਰਖ ਦੀ ਸ਼ਕਤੀ ਲੈਂਦੇ ਰਹੀਏ, ਅਤੇ ਉਸ ਦੀ ਕਿਰਨੇ ਅਸੀਂ ਲੈ ਕੇ ਦੁਨੀਆ ਨੂੰ ਫੈਲਾਉਂਦੇ ਰਹੀਏ। ਥੈਂਕ ਯੂ ਬਹੁਤ ਬਹੁਤ। ਓਮ ਸ਼ਾਂਤੀ, ਸਤਿ ਸ੍ਰੀ ਅਕਾਲ। ਫਿਰ ਮਿਲਾਂਗੇ ਅਗਲੇ ਐਪੀਸੋਡ ਵਿੱਚ।